Good evening, students. I hope so you all are in good manners. So let us start our today's topic. That topic is random variable. ਹਾਂਜੀ. Now what is a random variable? Random variable ਕੀ ਹੁੰਦਾ ਵਾ? ਸਭ ਤੋਂ ਪਹਿਲਾਂ first of all we will see the definition of it. Afterwards I will teach you some examples and then we will go to definition again. Okay. So now what is the definition of random variable? Random variable actual ਚ ਹੈ ਕੀ? ਰੈਂਡਮ ਵੇਰੀਏਬਲ ਇੱਕ ਫੰਕਸ਼ਨ ਆ ਜਿਹੜਾ ਕੀ ਕਰਦਾ ਵਾ ਪੂਰੀ ਦੀ ਪੂਰੀ ਸੈਂਪਲ ਸਪੇਸ ਦੀ ਜੋ ਵੈਲਿਊ ਆ ਉਹਨੂੰ ਇੱਕ ਰੀਅਲ ਨੰਬਰ ਦੇ ਵਿੱਚ ਕਨਵਰਟ ਕਰਕੇ ਆਪਾਂ ਨੂੰ ਦਿੰਦਾ। ਯਾਨੀ ਕਿ ਸੈਂਪਲ ਸਪੇਸ ਨੂੰ ਆਪਾਂ ਜਿਹੜੇ ਵੀ ਇਵੈਂਟਸ ਕੰਸੀਡਰ ਕਰਾਂਗੇ ਉਸ ਇਵੈਂਟਸ ਦੀ ਜਿਹੜੀ ਵੈਲਿਊ ਆ ਉਹਨੂੰ ਇਹ ਕਾਹਦੇ 'ਚ ਕਨਵਰਟ ਕਰਕੇ ਦਿੰਦਾ ਵਾ ਇਨ ਅ ਰੀਅਲ ਨੰਬਰ। ਸੋ ਆਪਾਂ ਇਹਦੀ ਡੈਫੀਨੇਸ਼ਨ ਜੋ ਲਿਖਾਂਗੇ ਉਹ ਡੈਫੀਨੇਸ਼ਨ ਕੀ ਆ? ਇਜ਼ ਅ ਫੰਕਸ਼ਨ ਨੂੰ ਮੈਂ ਐਫ ਉਹਦੇ ਮਤਲਬ ਉੱਪਰ ਐਨ ਪਾ ਕੇ ਡਿਨੋਟ ਕਰਦਾ ਫੰਕਸ਼ਨ ਵਿਚ गिव्स लिख लो या असाइन लिख लो, इतने दोनों वर्ड्स वी कैन यूज हेयर। गिव्स और असाइन रियल वैल्यू जो कि अपन असाइन करूँगा रियल वैल्यू टू अ सैंपल स्पेस ऑफ एन एक्सपैरीमेंट। डेफिनेशन पढ़ के हले आपां क्लीयर नहीं होंदा भी एक्चुअल च आपां रैंडम वेरीएबल कहना किनू चाहते हैं। बट फिलहाल के लिए आप सिर्फ इन्ना ही रीड करांगे भी एक रैंडम वेरीएबल जो है ना वो एक इदां दा फंक्शन आ जो असाइन करता वा सैंपल स्पेस किसी एक्सपैरीमेंट के सैंपल स्पेस नू रियल वैल्यू असाइन कर दिंदा। ठीक है। एग्जाम्पल के तौर पर आप जो चीज़ां लै सकते हैं वो एग्जाम्पल आप लै सकते हैं जिवें मैं इत्थे लिख देना टॉसिंग ऑफ अ कॉइन, टॉसिंग ऑफ अ कॉइन। ठीक है। या इदा की एग्जाम्पल आप थ्रो ऑफ अ डाई, तो इदा एग्जाम्पल्स जो भी ने वो आप सारिया लै सकते हैं। हुण आप इस चीज़ नूं ना ये जिवें फंक्शन जिहड़ा हैगा वा ये फंक्शन है एक इहो जिहा फंक्शन जिहड़ा कि किसी सैंपल स्पेस नूं रियल नंबरस दे विच कन्वर्ट करदा वा। किवें कन्वर्ट करदा वा, किस तरीके नाल कन्वर्ट करदा, वो आप एक एग्जाम्पल की हैल्प नाल समझण की कोशिश करते हैं। ठीक है। सो लैट अस सी द एग्जाम्पल। देखो एग्जाम्पल जो आप ये सॉल्व करन जावांगे तो एग्जाम्पल दे विच आपां करना की है, मन के चलो तुहाडे कोल 4 बॉल्स ने। ठीक है। 4 डिफरेंट कलर दी बॉल्स ने जिहड़ियां कलर्स दी आपां लिख लैने रैड, येलो, ब्लू, ब्लैक। इदा आप ये अपने को की आ डिफरेंट कलर्स दी की ने अपने को 4 बॉल्स ने। ठीक है। यानी कि अपनी जो सैंपल स्पेस है वो सैंपल स्पेस च आ वालियां अपने को की ने बॉल्स ने। हुण आपां इन्हां वर्ड्स नूं नंबरस कन्वर्ट करना तो नंबरस होने भी किहड़े चाहिए है? रियल नंबर। मन के चलो यू आर गोइंग टू अ फेयर, मान लो तुसीं किसी फेयर दे विच खड़े हो। ठीक है। तो फेयर दे विच ਤੁਹਾਨੂੰ ਜਿਹੜਾ ਬੰਦਾ ਤੁਹਾਡਾ ਗਾਈਡ ਹੈ ਉਹ ਤੁਹਾਨੂੰ ਇਹ ਸ਼ਾਪਕੀਪਰ ਜਾਂ ਗਾਈਡ ਵਾਟ ਐਵਰ ਯੂ ਵਾਂਟ ਟੂ ਸੇ ਉਹ ਤੁਹਾਨੂੰ ਕੀ ਕਹਿ ਰਿਹਾ ਵਾ ਵੀ ਜੇ ਤੁਸੀਂ ਰੈੱਡ ਬਾਲ ਸਿਲੈਕਟ ਕਰਦੇ ਹੋ ਤਾਂ ਹੀ ਵਿਲ ਗਿਵ ਯੂ 1 ਰੁਪੀਜ਼। ਤਾਂ ਉਹ ਤੁਹਾਨੂੰ ਕੀ ਮਿਲੂਗਾ 1 ਰੁਪੀਜ਼। ਮਤਲਬ ਇੱਕ ਬਾਕਸ ਆ ਉਹ ਕਵਰ ਕੀਤਾ ਹੋਇਆ ਉਹਨੇ ਸਾਰੀ ਸਾਈਡਸ ਤੋਂ ਤੇ ਤੁਸੀਂ ਉਹਦੇ ਵਿੱਚ ਉੱਪਰ ਤੋਂ ਆਪਣਾ ਹੈਂਡ ਅੰਦਰ ਇਨਸਰਟ ਕਰ ਰਹੇ ਹੋ ਤੇ ਇੱਕ ਬਾਲ ਨੂੰ ਬਾਹਰ ਕੱਢ ਰਹੇ ਹੋ। ਜੇ ਉਹ ਬਾਲ ਰੈੱਡ ਆਊਟ ਆਉਂਦੀ ਆ ਤਾਂ ਰੈੱਡ ਬਾਲ ਆਉਣ ਦੀ ਜੋ ਪ੍ਰੋਬੇਬਿਲਿਟੀ ਉਹਨੇ ਦਿੱਤੀ ਹੋਈ ਹੈ, ਪ੍ਰੋਬੇਬਿਲਿਟੀ ਵੀ ਆਰ ਨਾਟ ਸੇਇੰਗ ਵੀ ਮਤਲਬ ਉਹਨੇ ਇਹ ਕਿਹਾ ਵਾ ਵੀ ਜੇ ਤੁਸੀਂ ਰੈੱਡ ਬਾਲ ਕੱਢੋਗੇ ਆਈ ਵਿਲ ਗਿਵ ਯੂ 1 ਰੁਪੀਜ਼। ਜੇ ਤੁਸੀਂ ਯੈਲੋ ਬਾਲ ਕੱਢੋਗੇ ਦੈਨ ਹੀ ਵਿਲ ਗਿਵ ਯੂ 2 ਰੁਪੀਜ਼। ਜੇ ਤੁਸੀਂ ਬਲੂ ਬਾਲ ਕੱਢੋਗੇ ਹੀ ਵਿਲ ਗਿਵ ਯੂ 10 ਰੁਪੀਜ਼। ਤੇ ਜੇ ਤੁਹਾਡੇ ਹੱਥ ਲੱਗ ਗਈ ਬਲੈਕ ਬਾਲ ਯਾਨੀ ਕਿ ਡਰਾਬੈਕ ਆਫ ਦਿਸ ਗੇਮ, ਜੇ ਤੁਹਾਡੇ ਹੱਥ ਬਲੈਕ ਬਾਲ ਲੱਗ ਗਈ ਤਾਂ ਤੁਹਾਨੂੰ ਉਹਨੂੰ 5 ਰੁਪੀਜ਼ ਪੇ ਕਰਨੇ ਪੈਣਗੇ ਯਾਨੀ ਕਿ ਨੈਗੇਟਿਵ ਆਫ 5। ਠੀਕ ਹੈ। ਪਹਿਲਾਂ ਤਾਂ ਤੁਸੀਂ ਉਹਨੂੰ 10 ਰੁਪਏ ਦੇ ਰਹੇ ਹੋ ਵੀ ਅਸੀਂ ਇਹ ਗੇਮ ਖੇਡਣਾ ਚਾਹੁੰਦੇ ਹਾਂ। ਜਦੋਂ ਤੁਸੀਂ ਇਹ ਗੇਮ ਖੇਲਣੀ ਸਟਾਰਟ ਕਰੋਗੇ ਦੈਨ ਅਕੋਰਡਿੰਗ ਟੂ ਦ ਕਲਰ ਆਫ ਬਾਲ ਯੂ ਵਿਲ ਗੈਟ ਦ ਨੰਬਰਸ ਦੈਟ ਇਜ਼ ਗਿਵਨ ਇਨ ਦ ਰੁਪੀਜ਼ ਮੈਨਰ। ਠੀਕ ਹੈ। ਤਾਂ ਹੁਣ ਦੇਖੋ ਸੈਂਪਲ ਸਪੇਸ ਆਪਣੇ ਕੋਲ ਇਹ ਸੀ। ਹੁਣ ਆਪਾਂ ਕੀ ਕਰਨਾ ਵਾ ਇਸ ਨੂੰ ਰੀਅਲ ਨੰਬਰਸ ਕਨਵਰਟ ਕਰਨ ਦੇ ਲਈ ਇੱਕ ਆਪਾਂ ਰੈਂਡਮ ਵੇਰੀਏਬਲ ਲੈ ਕੇ ਆਏ ਹਾਂ ਦੈਟ ਵੇਰੀਏਬਲ ਇਜ਼ ਨੋਨ ਐਜ਼ ਐਕਸ। ਠੀਕ ਹੈ। ਆਪਾਂ ਉਹਨੂੰ ਡਿਨੋਟ ਕਰਾਂਗੇ ਐਕਸ ਦੇ ਨਾਲ। ਤਾਂ ਐਕਸ ਨੇ ਕੀ ਕੀਤਾ, ਜੇ ਰੈੱਡ ਬਾਲ ਆ ਰਹੀ ਹੈ ਤਾਂ 1 ਰੁਪੀਜ਼ ਆ, ਯੈਲੋ ਆ ਰਹੀ ਹੈ 2 ਆ, ਬਲੂ ਆ ਰਹੀ ਹੈ 10 ਰੁਪੀਜ਼ ਆ ਤੇ ਜੇ ਬਲੈਕ ਹੱਥ ਲੱਗ ਗਈ ਤਾਂ ਆਪਣੇ ਕੋਲ ਕੀ ਆਊਗਾ -5। ਤੁਸੀਂ ਦੇਖ ਸਕਦੇ ਹੋ ਇਹ 'ਚ ਜਿਹੜੇ ਨੰਬਰਸ ਆਏ ਨੇ ਉਹ ਸਾਰੇ ਦੇ ਸਾਰੇ ਕੀ ਨੇ ਰੀਅਲ ਨੰਬਰਸ ਆਏ ਆ। ਤਾਂ ਇਸ ਤਰੀਕੇ ਨਾਲ ਆਪਾਂ ਕੀ ਕਵਾਂਗੇ ਰੈਂਡਮ ਵੇਰੀਏਬਲ ਨੂੰ ਡਿਨੋਟ ਕਰਾਂਗੇ। ਠੀਕ ਹੈ ਜੀ। ਤਾਂ ਤੁਹਾਨੂੰ ਪਤਾ ਚੱਲ ਗਿਆ ਹੋਣਾ ਵਾ ਵੀ ਕਿਸੇ ਸੈਂਪਲ ਸਪੇਸ ਨੂੰ ਜਾਂ ਕਿਸੇ ਐਕਸਪੈਰੀਮੈਂਟ ਨੂੰ ਰੀਅਲ ਨੰਬਰਸ ਦੇ ਵਿੱਚ ਜੋ ਕਨਵਰਜਨ ਮੈਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਕੀਤੀ ਹੈ ਇਸ ਕਨਵਰਜਨ ਨੂੰ ਆਪਾਂ ਬੋਲਦੇ ਹਾਂ ਰੈਂਡਮ ਵੇਰੀਏਬਲ। ਹੁਣ ਦੇਖੋ ਰੈਂਡਮ ਵੇਰੀਏਬਲ ਦੀ ਆਪਾਂ ਐਕਚੁਅਲ ਜੇ ਡੈਫੀਨੇਸ਼ਨ ਦੀ ਗੱਲ ਕਰੀਏ ਥੋੜੀ ਜਿਹੀ ਆਪਾਂ ਹੋਰ ਚੱਲਦੇ ਹਾਂ, ਪ੍ਰੀਵੀਅਸ ਕਲਾਸਿਸ ਦੇ ਵਿੱਚ ਚੱਲਦੇ ਹਾਂ
ਜੋ ਆਪਾਂ +1 +2 'ਚ ਪੜ੍ਹ ਕੇ ਆਉਂਦੇ ਹਾਂ ਸੈਟ ਥਿਊਰੀ ਬਾਰੇ ਜਾਂ ਡੋਮੇਨ ਰੇਂਜ ਬਾਰੇ ਥੋੜਾ ਪੜ੍ਹ ਕੇ ਆਉਂਦੇ ਹਾਂ। ਦੇਖੋ ਹੁਣ ਮੈਂ ਜੇ ਸਰਕਲਸ ਡਰਾ ਕਰ ਲਾਂ ਦੋ ਇੱਥੇ, ਇਹ ਜਿਹੜਾ ਮੇਰਾ ਸਰਕਲ ਹੈ, ਦਿਸ ਸਰਕਲ ਇਜ਼ ਮਾਈ S, ਓਕੇ, ਐਂਡ ਆਫਟਰਵਰਡਸ ਦਿਸ ਸਰਕਲ ਇਜ਼ ਅ ਰੈਂਡਮ ਵੇਰੀਏਬਲ। ਰੈਂਡਮ ਵੇਰੀਏਬਲ ਯਾਨੀ ਕਿ ਮੇਰਾ ਕੋਈ ਫੰਕਸ਼ਨ ਦੀਆਂ ਵੈਲਿਊਜ਼ ਆ ਰਹੀਆਂ। ਐਸ ਦੇ ਵਿੱਚ ਕਿਹੜੀਆਂ ਕਿਹੜੀਆਂ ਬਾਲਸ ਨੇ, ਰੈੱਡ ਪਈਆਂ ਨੇ, ਯੈਲੋ ਪਈਆਂ ਨੇ, ਬਲੂ ਪਈਆਂ ਨੇ। ਬਲੈਕ ਬਾਲਸ ਨੂੰ ਮੈਂ B ਡੈਸ਼ ਨਾਲ ਡਿਨੋਟ ਕਰ ਦੇਣਾ, ਠੀਕ ਹੈ, ਪ੍ਰੋਪਰ ਬਲੈਕ ਆਪਾਂ ਨਹੀਂ ਲਿਖ ਰਹੇ। ਤੇ ਨੰਬਰਸ ਕੀ ਨੇ 1 2 10 ਐਂਡ -5। ਰੈੱਡ ਬਾਲ ਜੇ ਮੈਂ ਚੱਕਦਾ ਵਾਂ ਤਾਂ ਆਨਸਰ ਕਿੰਨਾ ਆ ਰਿਹਾ 1। ਇਹ ਚੀਜ਼ਾਂ ਇਧਰੋਂ ਇੱਧਰ ਜਾਣ ਦੇ ਲਈ ਮੈਨੂੰ ਕਿਹਦੀ ਹੈਲਪ ਲੈਣੀ ਪੈ ਰਹੀ ਹੈ, x ਦੀ। ਤੇ x ਕੀ ਹੈ, ਇੱਕ ਫੰਕਸ਼ਨ ਹੈ, ਠੀਕ ਹੈ ਜੀ। ਤੇ ਇਹਦੀ ਹੈਲਪ ਨਾਲ ਇੱਥੇ ਪਹੁੰਚੂਗਾ, ਇਹਦੀ ਹੈਲਪ ਨਾਲ ਸਿਮਿਲਰਲੀ ਆਈ ਹੈਵ ਬੀਨ ਦੇਅਰ, ਠੀਕ ਹੈ। ਐਂਡ ਨਾਓ ਤਾਂ ਹੁਣ ਆਹ ਵਾਲਾ ਜਿਹੜਾ ਸੈੱਟ ਹੁੰਦਾ ਵਾ ਇਹਨੂੰ ਆਪਾਂ ਡੋਮੇਨ ਬੋਲਦੇ ਹੁੰਦੇ ਆ। ਇਫ ਯੂ ਰਿਮੈਂਬਰ ਦਿਸ ਥਿੰਗ, ਇਸ ਸੈੱਟ ਨੂੰ ਆਪਾਂ ਡੋਮੇਨ ਬੋਲਾਂਗੇ ਤੇ ਇਹ ਵਾਲੇ ਸੈੱਟ ਨੂੰ ਆਪਾਂ ਕੀ ਬੋਲਦੇ ਹੁੰਦੇ ਆ, ਰੇਂਜ ਬੋਲਦੇ ਹੁੰਦੇ ਆ। ਯਾਨੀ ਕਿ x ਇੱਕ ਫੰਕਸ਼ਨ ਆ। ਫਿਰ ਆਪਾਂ ਡਿਨੋਟ ਕਿਵੇਂ ਕਰਦੇ ਹੁੰਦੇ ਸੀ ਵੀ x ਇੱਕ ਆਪਣੇ ਕੋਲ ਫੰਕਸ਼ਨ ਆ ਜਿਹੜਾ ਸੈਂਪਲ ਸਪੇਸ ਤੋਂ ਚੱਲਿਆ ਤੇ ਮੈਨੂੰ ਆਨਸਰ ਕਿਹਦੇ ਵਿੱਚ ਦੇ ਰਿਹਾ ਵਾ, r, ਕੈਪੀਟਲ R। ਕੈਪੀਟਲ R ਇੱਥੇ ਕੀ ਡਿਨੋਟ ਕਰਦੀ ਆ, ਰੀਅਲ ਨੰਬਰਸ ਦੇ ਵਿੱਚ ਆਨਸਰ ਦੇ ਰਿਹਾ। ਤਾਂ ਇਸ ਕੰਡੀਸ਼ਨ ਨੂੰ, ਆ ਜੋ ਡੈਫੀਨੇਸ਼ਨ ਮੈਂ ਇੱਥੇ ਲਿਖਤੀ, ਉੱਪਰਲੀ ਡੈਫੀਨੇਸ਼ਨ ਜੋ ਮੈਂ 4 ਲਾਈਨਾਂ 'ਚ ਲਿਖੀ ਸੀ ਉਹ ਮੈਂ ਹੁਣ ਇੱਕ ਬਾਕਸ ਦੇ ਵਿੱਚ ਬੰਦ ਕਰਤੀ ਡੈਫੀਨੇਸ਼ਨ। ਤਾਂ ਇਸ ਡੈਫੀਨੇਸ਼ਨ ਨੂੰ ਆਪਾਂ ਬੋਲਦੇ ਹਾਂ ਰੈਂਡਮ ਵੇਰੀਏਬਲ। ਪ੍ਰੋਬੇਬਿਲਿਟੀ ਸਟਾਰਟ ਕਰਨ ਤੋਂ ਪਹਿਲਾਂ, ਵੀ ਕੈਨ ਸੇ ਸਟੈਟ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਕਲੀਅਰ ਹੋਣਾ ਚਾਹੀਦਾ ਵਾ ਵੀ ਰੈਂਡਮ ਵੇਰੀਏਬਲ ਐਕਚੁਅਲ ਦੇ ਵਿੱਚ ਹੈ ਕੀ, ਠੀਕ ਹੈ ਜੀ। ਆਈ ਹੋਪ ਸੋ ਵਿਦ ਦਿਸ ਐਗਜ਼ਾਮਪਲ ਤੁਹਾਨੂੰ ਰੈਂਡਮ ਵੇਰੀਏਬਲ ਕਲੀਅਰ ਹੋ ਗਿਆ ਹੋਣਾ, ਠੀਕ ਹੈ। ਜਾਂ ਫਿਰ ਹੁਣ ਇੱਥੇ ਇੱਕ ਐਗਜ਼ਾਮਪਲ ਆਪਾਂ ਹੋਰ ਵੀ ਕੰਸੀਡਰ ਕਰ ਸਕਦੇ ਹਾਂ ਤੁਹਾਡੀ ਹੈਲਪ ਦੇ ਲਈ। ਉਹ ਐਗਜ਼ਾਮਪਲ ਕੀ ਕੰਸੀਡਰ ਕਰ ਸਕਦੇ ਹੋ, ਮੰਨ ਲਓ ਤੁਸੀਂ ਕਿਸੇ ਫਰੈਂਡ ਨੂੰ ਕਹਿ ਰਹੇ ਹੋ ਵੀ 4 ਲੜਕੇ ਕਲਾਸ ਚੋਂ ਆਪਾਂ ਪਿਕਅਪ ਕਰ ਲਏ, ਠੀਕ ਹੈ। ਤਾਂ ਆਪਾਂ ਉਹਨਾਂ ਨੂੰ ਟੌਫੀਜ਼ ਦੇਣੀਆਂ ਨੇ ਅਕੋਰਡਿੰਗ ਟੂ ਦਾ ਨੰਬਰ ਆਫ ਲੈਟਰਸ ਆਫ ਦੇਅਰ ਨੇਮਸ, ਠੀਕ ਹੈ। ਮਤਲਬ ਉਹਨਾਂ ਦੇ ਨੇਮ 'ਚ ਕਿੰਨੇ ਕਿੰਨੇ ਲੈਟਰ ਆ ਰਹੇ ਆ। ਮਤਲਬ ਇੱਦਾਂ ਦੀਆਂ ਕੋਈ ਵੀ ਸਟੂਪਿਡ ਐਗਜ਼ਾਮਪਲਸ ਵੀ ਕੈਨ ਕੰਸੀਡਰ ਟੂ ਅੰਡਰਸਟੈਂਡ ਰੈਂਡਮ ਵੇਰੀਏਬਲ ਇਨ ਅ ਬੈਟਰ ਮੈਨਰ, ਠੀਕ ਹੈ ਜੀ। ਸੋ ਇਹ ਸੀ ਆਪਣਾ ਰੈਂਡਮ ਵੇਰੀਏਬਲ ਦਾ ਕੰਸੈਪਟ। ਉਸ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਰੈਂਡਮ ਵੇਰੀਏਬਲ ਦੇ ਫਰਦਰ ਕੰਸੈਪਟ ਤੇ। ਹਾਂਜੀ, ਸੋ ਹੁਣ ਆਪਾਂ ਚੱਲਦੇ ਹਾਂ ਰੈਂਡਮ ਵੇਰੀਏਬਲ ਦੀਆਂ ਟਾਈਪਸ ਤੇ। ਰੈਂਡਮ ਵੇਰੀਏਬਲ ਜੋ ਹੈ ਆਪਣੇ ਕੋਲ ਦੋ ਟਾਈਪਸ ਦੇ ਵਿੱਚ ਆਂਦਾ ਵਾ, ਜੋ ਆਪਾਂ ਇਸ ਚੈਪਟਰ ਦੇ ਵਿੱਚ ਪੜਾਂਗੇ। ਪਹਿਲਾ ਆਂਦਾ ਆਪਣੇ ਕੋਲ ਡਿਸਕਰੀਟ ਰੈਂਡਮ ਵੇਰੀਏਬਲ। ਰੈਂਡਮ ਵੇਰੀਏਬਲ ਆਪਾਂ RV ਨਾਲ ਹੀ ਡਿਨੋਟ ਕਰਾਂਗੇ ਬਾਰ-ਬਾਰ, ਠੀਕ ਹੈ। ਤੇ ਦੂਸਰੀ ਇਹਦੀ ਜੋ ਟਾਈਪ ਆਂਦੀ ਹੈ ਦੈਟ ਇਜ਼ ਕੰਟੀਨਿਊਸ ਰੈਂਡਮ ਵੇਰੀਏਬਲ। ਸਭ ਤੋਂ ਪਹਿਲਾਂ ਆਪਾਂ ਡਿਸਕਰੀਟ ਦੇ ਬਾਰੇ ਪੜਾਂਗੇ। ਡਿਸਕਰੀਟ ਵਰਡ ਆਪਾਂ +1 ਕਲਾਸ ਦੀ ਸਟੈਟ ਜਾਂ ਜਦੋਂ ਵੀ ਆਪਾਂ ਸਟੈਟ ਪੜ੍ਹਦੇ ਹਾਂ ਤਾਂ ਡਿਸਕਰੀਟ ਵਰਡ ਆਪਾਂ ਜ਼ਰੂਰ ਪੜ੍ਹਦੇ ਹਾਂ। ਡਿਸਕਰੀਟ ਦਾ ਮਤਲਬ ਹੁੰਦਾ ਵਾ ਅਲੱਗ-ਅਲੱਗ, ਸੈਪਰੇਟ, ਠੀਕ ਹੈ ਜੀ। ਯਾਨੀ ਕਿ ਸੈਪਰੇਟ ਚੀਜ਼ਾਂ ਬਾਰੇ। ਦੇਖੋ ਡਿਸਕਰੀਟ ਰੈਂਡਮ ਵੇਰੀਏਬਲ ਦੇ ਵਿੱਚ ਕੀ ਹੁੰਦਾ ਵਾ, ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਾਂ ਤਾਂ ਉਹ ਕੀ ਹੁੰਦੀਆਂ ਨੇ, ਕਾਊਂਟੇਬਲ ਹੋਣਗੀਆਂ, ਜਾਂ ਫਿਰ ਉਹ ਕੀ ਹੁੰਦੀਆਂ ਨੇ, ਫਾਈਨਾਈਟ। ਬਟ ਮੈਂ ਇਹਨਾਂ ਦੋਨਾਂ ਵਰਡਸ ਦੇ ਨਾਲ ਥੋੜਾ ਸਹਿਮਤ ਨਹੀਂ ਹੈ ਵੀ ਉਹ ਕਾਊਂਟੇਬਲ ਹੋਣ ਜਾਂ ਫਾਈਨਾਈਟ। ਦੇਖੋ ਕਾਊਂਟੇਬਲ ਤਾਂ ਇੱਕ ਓਕੇ ਵਰਡ ਹੈ। ਹੁਣ ਫਾਈਨਾਈਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਫਾਈਨਾਈਟ ਤਾਂ ਹੁਣ ਜੇ ਮੰਨ ਲਓ ਮੈਂ ਇੱਕ ਗਲਾਸ 'ਚ ਪਾਣੀ ਲੈ ਲਾਂ ਤਾਂ ਹੈ ਤਾਂ ਐਕਚੁਅਲੀ ਪਾਣੀ ਦੀ ਅਮਾਊਂਟ ਜਿਹੜੀ ਹੈਗੀ ਉਹ ਫਾਈਨਾਈਟ ਹੀ ਹੋਈ ਨਾ। ਜਾਂ ਮੈਂ ਕਹਾਂ ਵੀ 1 ਲੀਟਰ ਵਾਲੀ ਬੋਟਲ ਮੈਂ ਬਾਜ਼ਾਰ 'ਚੋਂ ਲੈ ਆਇਆ, ਠੀਕ ਹੈ, ਤਾਂ ਉਹ 1 ਲੀਟਰ ਆਪਾਂ ਉਹਨੂੰ ਇੱਕ ਵਰਡ ਦਿੱਤਾ ਵੀ ਹਾਂ ਇਹ 'ਚ ਪਾਣੀ ਦੀ ਜਿਹੜੀ ਕੈਪੈਸਿਟੀ ਹੈ ਬੋਟਲ ਦੇ ਵਿੱਚ ਉਹ 1 ਲੀਟਰ ਆ। 1 ਲੀਟਰ ਇੱਕ ਫਾਈਨਾਈਟ ਵਰਡ ਤਾਂ ਹੋ ਗਿਆ, ਬਟ ਇਹ ਕਾਊਂਟੇਬਲੀ ਫਾਈਨਾਈਟ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਮੈਂ ਉਹ 'ਚ ਪਾਣੀ ਨੂੰ ਗਿਣ ਨਹੀਂ ਸਕਦਾ ਵੀ ਉਹ 'ਚ ਕਿੰਨੀਆਂ ਡ੍ਰੌਪਸ ਆਫ ਵਾਟਰ ਨੇ, ਠੀਕ ਹੈ। ਸੋ ਇੱਕ ਵਰਡ ਜੋ ਮੈਂ ਆਪਣੇ ਤਰੀਕੇ ਨਾਲ ਇਹਨੂੰ ਦੇਣਾ ਚਾਹੁੰਦਾ ਵਾਂ, ਦੈਟ ਮੋਸਟ ਇੰਪੋਰਟੈਂਟ ਵਰਡ ਇਜ਼ ਕਾਊਂਟੇਬਲੀ ਫਾਈਨਾਈਟ। ਕਾਊਂਟੇਬਲੀ ਫਾਈਨਾਈਟ। ਕਾਊਂਟੇਬਲੀ ਫਾਈਨਾਈਟ ਦਾ ਮਤਲਬ ਹੁਣ ਹੁੰਦਾ ਕੀ ਆ, ਉਹ ਚੀਜ਼ ਜਿਹਦਾ ਸਟਾਰਟਿੰਗ ਤੇ ਐਂਡ ਪੁਆਇੰਟ ਵੀ ਪਤਾ ਤੇ ਜਿਹਨੂੰ ਗਿਣਿਆ ਵੀ ਜਾ ਸਕਦਾ, ਠੀਕ ਹੈ ਜੀ। ਤਾਂ ਉਸ ਚੀਜ਼ ਨੂੰ ਆਪਾਂ ਕੀ ਬੋਲਦੇ ਹਾਂ, ਆਲਵੇਜ਼ ਕਾਊਂਟੇਬਲੀ ਫਾਈਨਾਈਟ, ਠੀਕ ਹੈ। ਹੁਣ ਜਿਵੇਂ ਇਹਦੀ ਆਪਾਂ ਐਗਜ਼ਾਮਪਲ ਦੀ ਗੱਲ ਕਰੀਏ ਡਿਸਕਰੀਟ ਰੈਂਡਮ ਵੇਰੀਏਬਲ ਦੀ, ਤਾਂ ਉਹ ਆ ਜਾਊਗਾ ਨੰਬਰ ਆਫ ਡਿਫੈਕਟਿਵ ਬਲਬ, ਨੰਬਰ ਆਫ ਡਿਫੈਕਟਿਵ ਬਲਬ ਇਨ ਅ ਲੋਟ। ਇੱਕ ਟਰੇ ਦੇ ਵਿੱਚ ਡਿਫੈਕਟਿਵ ਬਲਬ ਕਿੰਨੇ ਹੁੰਦੇ ਆ, ਜਾਂ ਕਾਲਜ ਦੇ ਵਿੱਚ ਨੰਬਰ ਆਫ ਸਟੂਡੈਂਟਸ ਕਿੰਨੇ ਹੁੰਦੇ ਆ, ਇਦਾਂ ਦੀਆਂ ਚੀਜ਼ਾਂ ਨੂੰ ਆਪਾਂ ਬੋਲਦੇ ਆ ਜਿਹੜੀਆਂ ਕੀ ਆ ਆਪਣੇ ਕੋਲੇ ਕਾਊਂਟੇਬਲ ਵੀ ਨੇ ਤੇ ਫਾਈਨਾਈਟ ਵੀ ਨੇ। ਕਾਊਂਟੇਬਲੀ ਫਾਈਨਾਈਟ ਦੋਨਾਂ ਨੂੰ ਮਿਕਸ ਕਰਕੇ ਇਹ ਵਰਡ ਬਣਿਆ ਵਾ ਜੋ ਕਿ ਇੱਕ ਪ੍ਰੋਪਰ ਤਰੀਕੇ ਨਾਲ ਡਿਸਕਰੀਟ ਰੈਂਡਮ ਵੇਰੀਏਬਲ ਨੂੰ ਡਿਫਾਈਨ ਕਰਦਾ। ਉਸ ਤੋਂ ਬਾਅਦ ਨੈਕਸਟ ਆਉਂਦਾ ਆਪਣੇ ਕੋਲੇ ਕੰਟੀਨਿਊਸ ਰੈਂਡਮ ਵੇਰੀਏਬਲ। ਕੰਟੀਨਿਊਸ ਰੈਂਡਮ ਵੇਰੀਏਬਲ ਦੀ ਵੈਸੇ ਹਲੇ ਆਪਾਂ ਨੂੰ ਪ੍ਰੀਵੀਅਸ ਟੌਪਿਕ ਜੋ ਆਪਾਂ ਨੈਕਸਟ ਟੌਪਿਕਸ ਕਰਾਂਗੇ ਉਹਦੇ ਲਈ ਜ਼ਰੂਰਤ ਤਾਂ ਨਹੀਂ ਹੈ, ਬਟ ਆਪਾਂ ਪੜਾਂਗੇ ਜ਼ਰੂਰ ਵੀ ਕੰਟੀਨਿਊਸ ਰੈਂਡਮ ਵੇਰੀਏਬਲ ਹੁੰਦੇ ਕੀ ਨੇ, ਠੀਕ ਹੈ। ਤਾਂ ਇਹ ਕੀ ਹੁੰਦੇ ਆ, ਕਾਊਂਟੇਬਲੀ ਇਨਫਾਈਨਾਈਟ ਹੁੰਦੇ ਆ, ਠੀਕ ਹੈ ਜੀ। ਤਾਂ ਇਹਦੇ ਵਿੱਚ ਇੱਥੇ ਵੀ ਇਹਨਾਂ ਨੇ ਦੋ ਵਰਡ ਯੂਜ਼ ਕੀਤੇ ਹੁੰਦੇ ਆ ਬੁੱਕ ਵਾਲਿਆਂ ਨੇ, ਅਨਕਾਊਂਟੇਬਲ,
ठीक है जी। पहला वर्ड हैगा अनकाउंटेबल ਤੇ ਦੂਸਰਾ ਵਰਡ ਆਪਾਂ ਯੂਜ਼ ਕਰਾਂਗੇ ਇਨਫਾਈਨਾਈਟ। ਇਹ ਅਨਕਾਊਂਟੇਬਲ ਵੀ ਹੁੰਦੇ ਆ, ਇਨਫਾਈਨਾਈਟ ਵੀ ਹੁੰਦੇ ਆ, ਠੀਕ ਹੈ। ਇਨਫਾਈਨਾਈਟ ਤਾਂ ਹੁਣ ਦੇਖੋ ਕਾਊਂਟੇਬਲੀ ਇਨਫਾਈਨਾਈਟ ਵੀ ਹੁੰਦੇ ਆ, ਕਾਊਂਟੇਬਲੀ ਫਾਈਨਾਈਟ ਵੀ ਹੁੰਦੇ ਆ, ਦੋਨੋਂ ਤਰੀਕੇ ਦੇ ਹੁੰਦੇ ਆ। ਅਨਕਾਊਂਟੇਬਲੀ ਇਨਫਾਈਨਾਈਟ ਉਹ ਕਿਹੜੇ ਹੁੰਦੇ ਆ ਜਿਹੜੇ ਕਿ ਆਪਾਂ ਕਾਊਂਟ ਵੀ ਨਹੀਂ ਕਰ ਸਕਦੇ ਤੇ ਇਨਫਾਈਨਾਈਟ ਹੁੰਦੇ ਆ, ਠੀਕ ਹੈ ਜੀ। ਤਾਂ ਇਹਨੂੰ ਆਪਾਂ ਕਾਊਂਟੇਬਲੀ ਇਨਫਾਈਨਾਈਟ ਵਰਡ ਨਾਲ ਵੀ ਡਿਨੋਟ ਕਰਾਂਗੇ, ਠੀਕ ਹੈ। ਐਗਜ਼ਾਮਪਲ ਆਪਾਂ ਇਹਦੀ ਡਾਇਰੈਕਟ ਲੈ ਲੈਂਦੇ ਆ ਤਾਂ ਜ਼ਿਆਦਾ ਕਲੀਅਰ ਹੋ ਜਾਊਗਾ। ਫੋਰ ਐਗਜ਼ਾਮਪਲ ਮੈਂ ਲਿਖ ਲਾਂ ਵੀ ਐਕਸ ਦੀ ਜਿਹੜੀ ਵੈਲਿਊ ਹੈ, ਕੈਪੀਟਲ ਐਕਸ ਜੋ ਆਪਣਾ ਰੈਂਡਮ ਵੇਰੀਏਬਲ ਆ, ਉਹਦੀ ਵੈਲਿਊ 0 ਤੋਂ 1 ਦੇ ਵਿੱਚ ਲਾਈ ਕਰਦੀ ਹੈ, ਠੀਕ ਹੈ ਜੀ। ਤਾਂ ਜਿਹੜੀ ਐਕਸ ਹੈ ਉਹ ਕਿਹਨੂੰ ਬਿਲੋਂਗ ਕਰਦੀ ਹੈ, ਆਰ ਨੂੰ। ਤਾਂ 0 ਤੋਂ ਲੈ ਕੇ 1 ਦੇ ਵਿੱਚ ਜਿੰਨੇ ਵੀ ਰੀਅਲ ਨੰਬਰ ਆਉਂਦੇ ਆ ਤੁਸੀਂ ਉਹ ਗਿਣ ਕੇ ਦੱਸਣੇ ਆ। ਤਾਂ ਇਹ ਆਪਣੇ ਕੋਲ ਕੀ ਆ, ਆਪਾਂ ਨੂੰ ਇਹ ਪਤਾ ਵੀ ਰੀਅਲ ਨੰਬਰ ਬਹੁਤ ਸਾਰੇ ਆਉਂਦੇ ਆ ਬਟ ਵੀ ਆਰ ਨਾਟ ਏਬਲ ਟੂ ਕਾਊਂਟ, ਪਰ ਆਪਾਂ ਉਹਨਾਂ ਨੂੰ ਕਾਊਂਟ ਨਹੀਂ ਕਰ ਸਕਦੇ। ਇਸ ਲਈ ਇਸ ਤਰੀਕੇ ਦੇ ਜਿਹੜੇ ਫੰਕਸ਼ਨਸ ਬਣਦੇ ਆ ਉਹਨਾਂ ਨੂੰ ਆਪਾਂ ਬੋਲਦੇ ਆ ਕੰਟੀਨਿਊਅਸ ਰੈਂਡਮ ਵੇਰੀਏਬਲ। ਹੁਣ ਆਪਾਂ ਚੱਲਦੇ ਹਾਂ ਡਿਸਕਰੀਟ ਰੈਂਡਮ ਵੇਰੀਏਬਲ ਤੋਂ ਥੋੜਾ ਅਗਲੇ ਟੌਪਿਕ ਵੱਲ। ਦੈਟ ਟੌਪਿਕ ਇਜ਼ ਪ੍ਰੋਬੇਬਿਲਿਟੀ ਡਿਸਟ੍ਰੀਬਿਊਸ਼ਨ, ਠੀਕ ਹੈ ਜੀ। ਤਾਂ ਨੈਕਸਟ ਆਪਣਾ ਜੋ ਟੌਪਿਕ ਆਉਂਦਾ ਵਾ ਪ੍ਰੋਬੇਬਿਲਿਟੀ ਡਿਸਟ੍ਰੀਬਿਊਸ਼ਨ। ਹੁਣ ਪ੍ਰੋਬੇਬਿਲਿਟੀ ਡਿਸਟ੍ਰੀਬਿਊਸ਼ਨ ਹੁੰਦਾ ਕੀ ਹੈ, ਠੀਕ ਹੈ ਜੀ। ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਕਹਿੰਦਾ ਦੇਖੋ ਆਪਾਂ ਇੱਕ ਡੈਫੀਨੇਸ਼ਨ ਦੇ ਥਰੂ ਇਹਨੂੰ ਥੋੜਾ ਜਿਹਾ ਪੜ੍ਹਨਾ ਸਟਾਰਟ ਕਰਦੇ ਹਾਂ। ਦੈਟ ਡੈਫੀਨੇਸ਼ਨ ਇਜ਼ ਇਫ ਅ ਰੈਂਡਮ ਵੇਰੀਏਬਲ x, ਜੇ ਕੋਈ ਰੈਂਡਮ ਵੇਰੀਏਬਲ x ਹੈ, ਟੇਕਸ ਵੈਲਿਊਜ਼ x1 x2 up to so on xn with the respective probabilities। मतलब अपने को एक रैंडम वेरिएबल x आ जिहदियां वैल्यूज ने x1 x2 अप टू xn तक, ਉਹਦੀਆਂ ਵੈਲਿਊਜ਼ ਦੇ ਨਾਲ ਜਿਹੜੀਆਂ ਪ੍ਰੋਬੇਬਿਲਿਟੀਜ਼ ਆਉਂਦੀਆਂ ਨੇ ਉਹ ਹੈਗੀਆਂ ਨੇ p1 p2 ਐਂਡ ਸੋ ਔਨ pn। ਕਿਉਂਕਿ xn ਤੱਕ ਦੇ ਆਪਾਂ ਨੰਬਰਸ ਚੂਜ਼ ਕੀਤੇ ਆ ਤਾਂ ਉਹਦੀਆਂ ਪ੍ਰੋਬੇਬਿਲਿਟੀਜ਼ ਨੂੰ ਆਪਾਂ ਇਹ ਨਾਮ ਦਿੱਤਾ ਹੈ, ਠੀਕ ਹੈ। ਦੈਨ ਟੈਬੂਲਰ ਡਿਸਟ੍ਰੀਬਿਊਸ਼ਨ, ਤਾਂ ਜਿਹੜੀ ਇਹਦੀ ਟੈਬੂਲਰ ਡਿਸਟ੍ਰੀਬਿਊਸ਼ਨ ਆਏਗੀ x ਸੱਚ ਦੈਟ x ਦੀਆਂ ਵੈਲਿਊਜ਼ ਕਿੰਨੀਆਂ ਨੇ ਆਪਣੇ ਕੋਲ x1 x2 ਅਪ ਟੂ xn ਸੀ, ਤੇ ਆਪਣੇ ਕੋਲ ਪ੍ਰੋਬੇਬਿਲਿਟੀਜ਼ ਆਫ x ਉਹ ਕਿੰਨੀਆਂ ਦਿੱਤੀਆਂ ਹੋਈਆਂ ਨੇ p1 p2 ਅਪ ਟੂ ਸੋ ਔਨ pn ਤੱਕ ਦਿੱਤੀਆਂ ਹੋਈਆਂ ਨੇ। ਇਹਨੂੰ ਆਪਾਂ ਬੋਲਦੇ ਆ ਪ੍ਰੋਬੇਬਿਲਿਟੀ ਡਿਸਟ੍ਰੀਬਿਊਸ਼ਨ ਆਫ ਅ ਰੈਂਡਮ ਵੇਰੀਏਬਲ, ਠੀਕ ਹੈ ਜੀ। ਹੁਣ ਆਪਾਂ ਐਗਜ਼ਾਮਪਲ ਦੇ ਤੌਰ ਤੇ ਜੇ ਆਪਾਂ ਐਗਜ਼ਾਮਪਲ ਦੇ ਨਾਲ ਡਿਨੋਟ ਕਰਨਾ ਹੋਵੇ ਤਾਂ ਆਪਾਂ ਕੀ ਲਿਖਾਂਗੇ ਐਗਜ਼ਾਮਪਲ ਟੂ ਕੋਇਨਸ ਆਰ ਟੌਸਡ। ਦੋ ਕੋਇਨਸ ਮੰਨ ਲਓ ਆਪਾਂ ਟੌਸ ਕੀਤੇ ਨੇ ਤਾਂ ਨੰਬਰ ਆਫ ਹੈਡਸ ਜਿਹੜਾ ਹੈਗਾ ਵਾ ਉਹ ਫੰਕਸ਼ਨ ਆਪਣਾ ਨੰਬਰ ਆਫ ਹੈਡਸ। ਹੁਣ ਦੇਖੋ ਜਦੋਂ ਤੁਸੀਂ ਦੋ ਕੋਇਨ ਟੌਸ ਕਰੋਗੇ ਤਾਂ ਹੋ ਸਕਦਾ ਤੁਹਾਨੂੰ ਇੱਕ ਵਾਰ ਵੀ ਹੈਡ ਨਾ ਆਵੇ, ਹੋ ਸਕਦਾ ਇੱਕ ਵਾਰ ਹੈਡ ਆ ਜਾਵੇ, ਹੋ ਸਕਦਾ ਦੋ ਵਾਰ ਹੈਡ ਆਵੇ। ਇੱਕ ਵਾਰ ਵੀ ਹੈਡ ਨਹੀਂ ਆਇਆ ਤਾਂ ਇਹਦੀ ਪ੍ਰੋਬੇਬਿਲਿਟੀ ਜਦੋਂ ਤੁਸੀਂ ਕੱਢੋਗੇ ਦੈਟ ਪ੍ਰੋਬੇਬਿਲਿਟੀ ਇਜ਼ 1/4, ਯਾਨੀ ਕਿ ਦੋਨੋਂ ਵਾਰ ਟੇਲ ਆਇਆ ਹੋਣਾ। ਇੱਕ ਵਾਰ ਹੈਡ ਆਇਆ ਤਾਂ ਮਤਲਬ ਇੱਕ ਵਾਰ ਟੇਲ ਆਇਆ ਹੋਣਾ, ਇਟ ਇਜ਼ ਹਾਫ। ਦੋਨੋਂ ਵਾਰ ਹੈਡ ਆਇਆ, ਦੋਨੋਂ ਵਾਰ ਹੈਡ ਆਉਣ ਦੀ ਪ੍ਰੋਬੇਬਿਲਿਟੀ ਅੱਗੇ ਕਿੰਨੀ ਹੋਊਗੀ, ਦੈਟ ਇਜ਼ ਅਗੇਨ 1/4, ਠੀਕ ਹੈ ਜੀ। ਤਾਂ ਇਹ ਸੀਗੀ ਆਪਣੇ ਕੋਲੇ ਐਗਜ਼ਾਮਪਲ ਰੈਂਡਮ ਵੇਰੀਏਬਲ ਦੀ, ਯਾਨੀ ਕਿ ਆਪਾਂ ਉਸ ਰੈਂਡਮ ਵੇਰੀਏਬਲ ਡਿਸਕਰੀਟ ਰੈਂਡਮ ਵੇਰੀਏਬਲ ਨੂੰ ਕਿੱਦਾਂ ਡਿਫਾਈਨ ਕਰਦੇ ਹਾਂ। ਇਸ ਤੋਂ ਬਾਅਦ ਇਹਦੇ 2-3 ਰਿਮਾਰਕਸ ਨੇ, ਆਪਾਂ ਉਹਨਾਂ ਬਾਰੇ ਪੜਾਂਗੇ। ਫਿਰ ਰਿਮਾਰਕਸ ਤੋਂ ਬਾਅਦ ਆਪਾਂ ਫਰਦਰ ਕੰਸੀਡਰ ਕਰਾਂਗੇ ਅੱਗੇ ਆਪਣੀਆਂ ਵੈਲਿਊਜ਼। and I hope so you are able to see here the remarks. Remark number 1 ਆਪਾਂ ਨੂੰ ਦਿੱਤਾ ਹੋਇਆ the set of values which x takes is called spectrum of random variable। ਜਿਹੜਾ x ਦੀਆਂ ਵੈਲਿਊਜ਼ ਦਾ ਸੈੱਟ ਹੈ ਉਹਨੂੰ ਆਪਾਂ spectrum of random variable ਬੋਲਦੇ ਹਾਂ। ਦੂਸਰਾ ਰਿਮਾਰਕ ਕੀ ਆ, if random variable x take the values this one with respective probabilities this one, ਇਹ ਆਪਾਂ ਪੜਿਆ ਹੋਇਆ। ਤਾਂ ਕਹਿੰਦਾ ਸਾਰੀਆਂ pi's ਜਿਹੜੀਆਂ ਹੋਣਗੀਆਂ ਹਮੇਸ਼ਾ greater than 0 ਹੋਣਗੀਆਂ ਆਪਣੇ ਕੋਲ, ਠੀਕ ਹੈ ਜੀ। ਯਾਨੀ ਕਿ ਜਿਹੜੀ ਪ੍ਰੋਬੇਬਿਲਿਟੀ ਹੈ ਕਿਸੇ ਵੀ ਚੀਜ਼ ਦੀ ਉਹ 0 ਨਹੀਂ ਲੈ ਰਹੀ ਇਹਦੇ 'ਚ ਆਪਣੇ ਕੋਲ। ਤੇ ਜਦੋਂ ਆਪਾਂ ਇਹਨਾਂ ਸਾਰੀਆਂ pi's ਦਾ ਸਮ ਕਰਾਂਗੇ ਦੈਟ ਸਮ ਇਜ਼ ਆਲਸੋ ਇਕੁਅਲ ਟੂ 1। ਪ੍ਰੀਵੀਅਸ ਜੋ ਤੁਹਾਨੂੰ ਮੈਂ ਪੇਜ ਦਿਖਾਇਆ ਸੀ ਆਹ ਵਾਲਾ ਪੇਜ, ਇਹ 'ਚ ਜਿਹੜੀ ਆ ਐਗਜ਼ਾਮਪਲ ਕੀਤੀ ਹੈ, ਦੇਖੋ ਰਾਜੇ ਜੇ x ਦੀ ਵੈਲਿਊ 0 ਆ ਤਾਂ ਵੀ ਪ੍ਰੋਬੇਬਿਲਿਟੀ ਕੁਛ ਨਾ ਕੁਛ ਆ ਰਹੀ ਹੈ, 1 ਤੇ ਵੀ ਆ ਰਹੀ ਸੀ 2 ਤੇ ਵੀ। ਇਦਾਂ ਹੀ ਆਪਾਂ ਫਰਦਰ ਅੱਗੇ ਕੰਸੀਡਰ ਕਰਦੇ ਤਾਂ ਉਹਦੇ ਲਈ ਅਲੱਗ-ਅਲੱਗ ਆਨਸਰਸ। ਤੇ ਇਹਨਾਂ ਸਾਰਿਆਂ ਨੂੰ ਜਦੋਂ ਤੁਸੀਂ ਪਲੱਸ ਕਰੋਗੇ 1/4 ਪਲੱਸ 1/2 ਪਲੱਸ 1/4 ਤਿੰਨਾਂ ਨੂੰ ਐਡ ਕਰੋਗੇ ਯੂ ਵਿਲ ਗੈਟ ਇਟਸ ਆਨਸਰ 1। ਹੋਰ ਕੁਝ ਨਹੀਂ ਰਿਮਾਰਕ 'ਚ ਲਿਖਿਆ, ਸਿਰਫ ਇੰਨਾ ਹੀ ਲਿਖਿਆ ਹੋਇਆ ਵਾ ਵੀ ਸਾਰੀਆਂ ਪ੍ਰੋਬੇਬਿਲਿਟੀਜ਼ ਦਾ ਸਮ ਜਿਹੜਾ ਹੈ ਉਹ ਕਿੰਨਾ ਆਊਗਾ, ਦੈਟ ਇਜ਼ 1। ਹੁਣ ਆਪਾਂ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ ਦੇ ਬਾਰੇ ਥੋੜਾ ਪੜਾਂਗੇ ਵੀ ਜੇ x ਡਿਸਕਰੀਟ ਰੈਂਡਮ ਵੇਰੀਏਬਲ ਹੈ
ਤਾਂ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ ਕਿੰਨਾ ਕੀ ਹੁੰਦਾ ਵਾ, ਠੀਕ ਹੈ। ਕੰਟੀਨਿਊਸ ਬਾਰੇ ਇਸ ਤੋਂ ਅਗਲੇ ਲੈਕਚਰ ਦੇ ਵਿੱਚ ਨਾਲ ਦੀ ਨਾਲ ਦੇਖਾਂਗੇ, ਠੀਕ ਹੈ। ਸੋ ਨਾਓ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ, ਇਫ ਵੀ ਰਾਈਟ ਪ੍ਰੋਬੇਬਿਲਿਟੀ ਆਫ x ਇਕੁਅਲ ਟੂ x is equals to a function fx, ਤਾਂ function fx is called pdf। ਨਹੀਂ ਪੱਲੇ ਪਿਆ ਹੈ ਨਾ, ਓਕੇ ਇਟਸ ਓਕੇ, ਆਈ ਨੋ ਵੀ ਇਹ ਇਦਾਂ ਸਮਝ ਨਹੀਂ ਆਣਾ। ਡੈਫੀਨੇਸ਼ਨ ਕਦੇ ਵੀ ਸਿੱਧੀ ਸਮਝ ਨਹੀਂ ਆਉਂਦੀ ਹੁੰਦੀ ਜਦੋਂ ਤੱਕ ਆਪਾਂ ਉਸ ਦੇ ਉੱਪਰ ਬੇਸਡ ਐਗਜ਼ਾਮਪਲ ਨੂੰ ਨਹੀਂ ਸਮਝ ਲੈਂਦੇ। ਥੋੜਾ ਜਿਹਾ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ ਡੈਫੀਨੇਸ਼ਨ ਨੂੰ ਇਨ ਮਾਈ ਓਨ ਵਰਡਸ। ਉਹ ਡੈਫੀਨੇਸ਼ਨ ਹੈ ਕੀ, ਕਹਿੰਦਾ ਜੇ ਮੰਨ ਲਓ ਆਪਾਂ ਕਿਸੇ ਪੁਆਇੰਟ ਤੇ ਪਾਰਟਿਕੂਲਰ ਤੇ ਪ੍ਰੋਬੇਬਿਲਿਟੀ ਕੱਢ ਰਹੇ ਹਾਂ ਤੇ ਆਨਸਰ ਦੇ ਵਿੱਚ ਆਪਾਂ ਨੂੰ ਫੰਕਸ਼ਨ ਮਿਲ ਗਿਆ fx, ਫੰਕਸ਼ਨ ਆਫ x ਮਿਲ ਗਿਆ, ਤਾਂ fx ਨੂੰ ਆਪਾਂ pdf ਬੋਲਦੇ ਆ। fx ਨੂੰ ਆਪਾਂ ਬੋਲਦੇ ਆ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ। ਆ ਜਿਹੜਾ ਇਕੁਐਲਿਟੀ ਆ ਨਾ, ਇਹ ਇਕੁਐਲਿਟੀ ਆਪਾਂ ਨੂੰ ਇਹ ਦੱਸਦੀ ਹੈ ਵੀ ਇੱਥੇ x ਡਿਸਕਰੀਟ ਆ, x ਕੰਟੀਨਿਊਸ ਨਹੀਂ ਹੈ। ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ ਦੋ ਤਰ੍ਹਾਂ ਦੇ ਪੜਾਂਗੇ। ਦੋ ਤਰ੍ਹਾਂ ਦੇ ਕਿਵੇਂ ਪੜਾਂਗੇ, ਇੱਕ ਤਾਂ ਆਪਾਂ ਪੜਾਂਗੇ ਵੀ ਜਿੱਥੇ ਇਕੁਐਲਿਟੀਆਂ ਹੋਲਡ ਕਰਦੀਆਂ ਨੇ, ਇੱਕ ਜਿੱਥੇ ਇਕੁਐਲਿਟੀਆਂ ਹੋਲਡ ਨਹੀਂ ਕਰਦੀਆਂ, ਯਾਨੀ ਕਿ ਪੂਰਾ ਦਾ ਪੂਰਾ ਏਰੀਆ ਕੱਢਣ ਦੀ ਗੱਲ ਕਰਾਂਗੇ। ਉਹ ਨੈਕਸਟ ਟੌਪਿਕ ਹੈ ਆਪਣਾ। ਤਾਂ ਜਿੱਥੇ ਇਕੁਐਲਿਟੀ ਸਿੱਧੀ ਹੋਲਡ ਹੋ ਜਾਵੇ ਨਾ, ਇਹ ਸਮਝ ਜਿਓ ਵੀ ਇਹ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ ਕਿਹਦਾ ਵਾ, ਜਦੋਂ x ਕੀ ਆ ਡਿਸਕਰੀਟ ਆ, ਕੰਟੀਨਿਊਸ ਦੀ ਗੱਲ ਮੈਂ ਹਲੇ ਨਹੀਂ ਕਰ ਰਿਹਾ। fx ਫੰਕਸ਼ਨ ਹੋ ਗਿਆ, ਓਕੇ ਨੋ ਪ੍ਰੋਬਲਮ। ਹੁਣ ਦੇਖੋ ਇਹਦੀ ਐਗਜ਼ਾਮਪਲ, ਕਹਿੰਦਾ ਆ ਡਾਈਸ ਇਜ਼ ਕਾਸਟ, ਇੱਕ ਡਾਈ ਨੂੰ ਕਾਸਟ ਕੀਤਾ ਜਾ ਰਿਹਾ ਅੰਟਿਲ 6 ਅਪੀਅਰਸ। ਦੇਖੋ ਜਦੋਂ ਲੂਡੋ ਸਟਾਰਟ ਕਰਦੇ ਆ ਤਾਂ ਆਪਾਂ ਸਾਰੇ ਲੂਡੋ ਸਟਾਰਟ ਕਰਨ ਲੱਗੇ ਕੀ ਕਰਦੇ ਹੁੰਦੇ ਆ, ਕੀ ਪਰਫਾਰਮ ਕਰਦੇ ਆ ਆਪਾਂ ਲੂਡੋ ਪਰਫਾਰਮ ਇਹੀ ਕਰਦੇ ਆ ਲੂਡੋ ਖੇਲਣ ਲੱਗੇ ਵੀ ਜਦੋਂ ਤੱਕ 6 ਨਹੀਂ ਆਉਂਦਾ ਤੱਕ ਆਪਣੀ ਜਿਹੜੀ ਮਤਲਬ ਟਰਨ ਆ ਉਹ ਸਟਾਰਟ ਨਹੀਂ ਹੁੰਦੀ, ਠੀਕ ਹੈ। ਤਾਂ ਉਹੀ ਐਗਜ਼ਾਮਪਲ ਮੈਂ ਇੱਥੇ ਕੰਸੀਡਰ ਕਰ ਲਈ। ਤਾਂ ਉਹ ਕਹਿੰਦਾ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ ਫਾਈਂਡ ਦਾ ਕਰਕੇ ਦਿਖਾਓ ਵੀ ਹੁੰਦਾ ਕੀ ਆ। ਐਗਜ਼ਾਮਪਲ ਦੀ ਹੈਲਪ ਨਾਲ ਦੇਖਦੇ ਆ ਵੀ ਫੰਕਸ਼ਨ ਬਣਦਾ ਜਾਂ ਨਹੀਂ ਬਣਦਾ। ਇਹ ਇਵੈਂਟ ਲੈ ਲਿਆ ਆਪਾਂ ਗੈਟਿੰਗ ਫਸਟ 6, x ਕੀ ਡਿਨੋਟ ਕਰਦਾ ਵਾ ਨੰਬਰ ਆਫ ਕਾਸਟ ਨੀਡਡ ਟੂ ਗੈਟ ਫਸਟ 6, ਠੀਕ ਹੈ। ਤਾਂ ਪ੍ਰੋਬੇਬਿਲਿਟੀ ਐਟ x ਇਕੁਅਲ ਟੂ 1, ਮੰਨ ਲਓ ਪਹਿਲੀ ਵਾਰ 'ਚ 6 ਆ ਗਿਆ ਤਾਂ 1/6 ਆਂਸਰ ਆਊਗਾ, ਓਕੇ ਹੈ। ਹੁਣ ਆਪਾਂ ਕਹਿ ਰਹੇ ਹਾਂ ਪ੍ਰੋਬੇਬਿਲਿਟੀ ਐਟ x ਇਕੁਅਲ ਟੂ 2, ਡਾਈਸ ਨੂੰ ਦੋ ਵਾਰ ਸਿੱਟਿਆ, ਦੂਜੀ ਵਾਰ ਜਾ ਕੇ 6 ਆਇਆ, ਇਹਦਾ ਮਤਲਬ ਪਹਿਲੀ ਵਾਰ 6 ਨਹੀਂ ਆਇਆ ਹੋਣਾ ਤੇ ਦੂਸਰੀ ਵਾਰ ਕਿੰਨਾ ਆ ਗਿਆ 6 ਆ ਗਿਆ। 6 ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੈ 1/6, ਜੇ 6 ਨਹੀਂ ਆਇਆ ਤਾਂ ਉਹਦੀ ਪ੍ਰੋਬੇਬਿਲਿਟੀ ਕਿੰਨੀ ਆਊਗੀ, ਦੈਟ ਇਜ਼ 5/6। ਇਹ ਮਲਟੀਪਲਾਈਜ਼ ਕਿਵੇਂ ਲਿਖਤੇ ਮੈਂ ਇੱਥੇ, ਇੰਟਰਸੈਕਸ਼ਨ ਹੈ, ਮਲਟੀਪਲਾਈਜ਼ ਕਿਵੇਂ ਲਿਖੀ ਗਈ ਹੈ ਕਿਉਂਕਿ ਇਹ ਦੋਨੋਂ ਇੰਡੀਪੈਂਡੈਂਟ ਵੇਰੀਏਬਲ ਹੈ। ਇੰਡੀਪੈਂਡੈਂਟ ਬਾਰੇ ਆਪਾਂ +2 ਦੀ ਵੀਡੀਓ ਕਰ ਚੁੱਕੇ ਹਾਂ, ਤੁਸੀਂ ਉਹ ਸੁਣ ਸਕਦੇ। ਹੁਣ ਇਦਾਂ ਹੀ ਜੇ ਮੈਂ 3 ਪੁੱਟ ਕਰੂੰਗਾ ਤਾਂ E0 E, 4 ਪੁੱਟ ਕਰੂੰਗਾ E0 ਫਿਰ E, 5 ਪੁੱਟ ਕਰੂੰਗਾ ਤਾਂ ਕੀ ਆਊਗਾ, 4 ਵਾਰ E0 ਆਊਗਾ, ਪੰਜਵੀਂ ਵਾਰ E ਆਊਗਾ। ਇਦਾਂ ਹੀ ਚੱਲਦੇ ਜਾਵਾਂਗੇ ਆਪਾਂ ਕੰਟੀਨਿਊਸ। ਤਾਂ ਐਟ ਦਾ ਐਂਡ ਆਪਾਂ ਪਹੁੰਚਾਂਗੇ ਕਿੱਥੇ, ਇੱਕ ਫੰਕਸ਼ਨ ਤੇ ਪਹੁੰਚ ਜਾਾਂਗੇ ਆਪਾਂ। ਉਹ ਫੰਕਸ਼ਨ ਨੂੰ ਡਿਫਾਈਨ ਕਿਵੇਂ ਕਰਾਂਗੇ ਵੀ 5/6 x ਦੀ ਪਾਵਰ ਕਿੰਨੀ ਆ ਰਹੀ ਹੈ ਇੱਥੇ, ਸੌਰੀ 5/6 ਦੀ ਪਾਵਰ ਕਿੰਨੀ ਆ ਰਹੀ ਹੈ x - 1, ਤੇ ਨਾਲ ਉਹਦੇ ਆਲਵੇਜ਼ ਕਿੰਨਾ ਆ ਰਿਹਾ 1/6, ਤੇ x ਦੀ ਵੈਲਿਊਜ਼ ਕੀ ਨੇ 1 2 3, ਜਿੰਨੀ ਵਾਰ ਵੀ ਆਪਾਂ ਡਾਈਸ ਥਰੋ ਕਰੀ ਜਾਵਾਂਗੇ। ਅਦਰਵਾਈਜ਼ ਇਹਨਾਂ ਤੋਂ ਇਲਾਵਾ ਇਸ ਫੰਕਸ਼ਨ ਦਾ ਆਨਸਰ ਕਿੰਨਾ ਆਏਗਾ 0। ਇਹ ਫੰਕਸ਼ਨ ਬਣ ਗਿਆ ਨਾ ਇੱਕ, ਤਾਂ ਇਦਾਂ ਦੇ ਫੰਕਸ਼ਨ ਨੂੰ ਆਪਾਂ ਬੋਲਦੇ ਹੁੰਦੇ ਆ ਪੀਡੀਐਫ ਬੋਲਾਂਗੇ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ, ਜਦੋਂ x ਕੀ ਆ ਆਪਣੇ ਕੋਲੇ ਡਿਸਕਰੀਟ ਆ। ਡਿਸਕਰੀਟ ਤੋਂ ਬਾਅਦ ਜੋ ਨੈਕਸਟ ਟਾਈਪ ਆਪਣੇ ਫੰਕਸ਼ਨ ਦੀ ਆਉਂਦੀ ਹੈ ਉਹ ਆਉਂਦੀ ਹੈ ਕੰਟੀਨਿਊਸ, ਉਹ ਆਪਾਂ ਪੜਾਂਗੇ ਵਿਦ ਦ ਹੈਲਪ ਆਫ ਅ ਬੁੱਕ। ਸੋ ਵੇਟ ਹੇਅਰ ਫॉर अ 2 minutes and I hope so this book page is visible to you all. If it is not visible, let me uplift it like this, ਠੀਕ ਹੈ ਜੀ। ਤਾਂ ਹੁਣ ਆਪਾਂ ਪੜਾਂਗੇ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ ਜਦੋਂ ਰੈਂਡਮ ਵੇਰੀਏਬਲ ਆਫ ਅ ਕੰਟੀਨਿਊਸ ਟਾਈਪ ਦੀ ਗੱਲ ਕਰਾਂਗੇ। ਕੰਟੀਨਿਊਸ ਟਾਈਪ ਦਾ ਮਤਲਬ ਕੀ ਹੈ ਇੱਥੇ ਆਪਾਂ ਨੂੰ ਕਲੀਅਰ ਆ ਵੀ ਜਦੋਂ x ਕੀ ਆ ਕੰਟੀਨਿਊਸ ਆ, ਠੀਕ ਹੈ। ਕੰਟੀਨਿਊਸ ਮਤਲਬ ਅਨਕਾਊਂਟੇਬਲ ਹੋ ਗਿਆ, ਉਹ ਪੜਿਆ ਹੋਇਆ ਆਪਾਂ ਪਹਿਲਾਂ, ਮੈਂ ਤੁਹਾਨੂੰ ਡੈਫੀਨੇਸ਼ਨ ਦੱਸਤੀ ਸੀ। ਡਾਇਰੈਕਟ ਆਪਾਂ ਆਪਣੇ ਟੌਪਿਕ ਤੇ ਚੱਲਦੇ ਹਾਂ, ਦੈਟ ਇਜ਼ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ। ਕੰਸੀਡਰ ਅ ਸਮਾਲ ਇੰਟਰਵਲ। ਸਮਾਲ ਇੰਟਰਵਲ ਦੇਖੋ, ਇਹ ਇੰਟਰਵਲ ਜਿਹੜਾ ਹੈ ਨਾ x ਦੇ ਆਲੇ ਦੁਆਲੇ ਬਣਿਆ ਹੋਇਆ, ਠੀਕ ਹੈ ਜੀ, ਆਫ ਲੈਂਥ dx। ਇਸ ਇੰਟਰਵਲ ਦੀ ਲੈਂਥ ਜਿਹੜੀ ਹੈ ਉਹ dx ਆ। ਲੈਂਥ ਕਿਵੇਂ ਕੱਢਦੇ ਹੁੰਦੇ ਹੋ ਤੁਸੀਂ, ਉਸ ਫਾਰਮੂਲਾ ਯੂਜ਼ ਕਰਕੇ ਆਪਾਂ ਇੱਥੋਂ ਕੱਢ ਸਕਦੇ ਹਾਂ ਵੀ ਇਹਦੀ ਲੈਂਥ ਕਿੰਨੀ ਲਿੱਤੀ ਹੈ dx ਅਰਾਊਂਡ x। let fx be any continuous function of x so that fx dx represent the probabilities that falls x in the infinitism interval this one। एक infinite interval is ਦਿੱਤਾ ਹੋਇਆ ਆਪਾਂ ਨੂੰ, ਠੀਕ ਹੈ ਜੀ। ਹੁਣ ਡਾਇਗਰਾਮ ਤੋਂ ਸਮਝਦੇ ਹਾਂ ਵੀ ਹੈ ਕੀ। ਆ ਆਪਣੇ ਕੋਲੇ x ਐਕਸਿਸ ਹੁੰਦੀ ਹੈ, ਆ ਆਪਣੇ ਕੋਲ ਹੁੰਦੀ ਹੈ y ਐਕਸਿਸ। ਇਹਦੇ ਉੱਪਰ ਆਪਾਂ ਇੱਕ ਕਰਵ ਡਰਾ ਕਰ ਲਈ ਜਿਹੜੀ ਕਿ ਸਾਰੇ ਪੁਆਇੰਟਸ ਨੂੰ ਇੰਡੀਕੇਟ ਕਰਦੀ ਹੈ ਜੋ ਵੀ ਇਹ ਤੇ ਆ ਰਹੇ ਹੈ। ਤਾਂ ਪ੍ਰੋਬੇਬਿਲਿਟੀ ਆਪਾਂ ਕਿਹਦੀ ਕੱਢਣੀ ਹੈ, x minus dx/2 is less than or equal to capital X is less than or equals to x plus dx/2। ਇਹਦਾ ਆਨਸਰ ਕਿੰਨਾ ਦਿੱਤਾ ਹੋਇਆ fx dx। ਕਿਵੇਂ ਆਇਆ ਆਨਸਰ, ਦੇਖੋ ਆਪਾਂ ਇੱਕ ਸਟ੍ਰਿਪ ਡਰਾ ਕੀਤੀ ਹੈ ਇੱਥੇ x ਦੇ ਆਲੇ ਦੁਆਲੇ, ਇੱਕ ਨੇਬਰਹੁੱਡ ਡਰਾ ਕਰ ਲਿਆ ਆਪਾਂ x ਦਾ ਇਸ ਡਾਇਗਰਾਮ ਦੇ ਵਿੱਚ, ਠੀਕ ਹੈ। ਆਈ ਹੋਪ ਸੋ ਦਿਸ ਡਾਇਗਰਾਮ ਇਜ਼ ਵਿਜ਼ੀਬਲ ਟੂ ਯੂ। ਜਦੋਂ ਆਪਾਂ ਇਹਦਾ ਨੇਬਰਹੁੱਡ ਡਰਾ ਕਰ ਲਿਆ
ਤਾਂ ਨੇਬਰਹੁੱਡ ਦੀ ਤੁਸੀਂ ਦੇਖ ਸਕਦੇ ਹੋ ਵੀ ਆਹ ਜਿਹੜੀ ਚੀਜ਼ ਆ ਨਾ, ਇਹ ਜਿਹੜੀ ਚੀਜ਼ ਦਿੱਤੀ ਹੋਈ ਹੈ, ਦਿਸ ਥਿੰਗ ਇਜ਼ dx, ਕਿੰਨਾ ਚੇਂਜ ਆ ਰਿਹਾ ਫੰਕਸ਼ਨ 'ਚ, dx ਚੇਂਜ ਆ ਰਿਹਾ। ਇਸ ਸਾਈਡ ਤੋਂ ਜਦੋਂ ਆਪਾਂ ਵਰਟੀਕਲ ਵੱਲ ਦੇਖਦੇ ਹਾਂ, ਵਰਟੀਕਲ ਸਾਈਡ, ਤਾਂ ਉਹ ਫੰਕਸ਼ਨ ਦੀ ਲੈਂਥ ਕਿੰਨੀ ਹੈ, fx। ਇੱਕ ਰੈਕਟੈਂਗਲ ਦਾ ਏਰੀਆ ਕੱਢਦੇ ਹੁੰਦੇ ਆ, l ਮਲਟੀਪਲਾਈ b, fx ਮਲਟੀਪਲਾਈਡ ਬਾਈ dx। ਇਸ ਤਰੀਕੇ ਨਾਲ fx dx ਇੱਥੇ ਬਣ ਗਿਆ। ਉਸ ਤੋਂ ਬਾਅਦ ਆਪਾਂ ਨੂੰ ਪਤਾ ਵਾ ਵੀ ਜਦੋਂ ਆਪਾਂ ਏਰੀਆ ਅੰਡਰ ਅ ਕਰਵ ਕੱਢਦੇ ਹਾਂ ਤਾਂ ਆਪਾਂ +2 ਕਲਾਸ ਦਾ ਇੰਟੈਗਰਲ ਪੜਿਆ ਹੋਇਆ, ਤਾਂ ਆਪਾਂ ਇੰਟੈਗਰਲ ਦੀ ਹੈਲਪ ਨਾਲ ਕੱਢਦੇ ਹਾਂ, ਠੀਕ ਹੈ ਜੀ। ਤਾਂ ਉਹ ਦੇਖਦੇ ਹਾਂ ਹੁਣ ਆਪਾਂ ਅੱਗੇ ਫਰਦਰ ਕੀ ਕਰਾਂਗੇ। ਇਸ ਫਿਗਰ 'ਚ ਕਿਹੜੀ ਚੀਜ਼ ਕੀ ਹੈ ਥੋੜਾ ਜਿਹਾ ਇੰਟਰੋਡਿਊਸ ਕੀਤਾ ਹੋਇਆ ਬੁੱਕ ਵਾਲੇ ਨੇ, ਤਾਂ ਆਪਾਂ ਉਹ ਬੁੱਕ 'ਚੋਂ ਦੇਖਾਂਗੇ। ਟਰਾਈ ਟੂ ਸੀ ਫਰੋਮ ਦਾ ਬੁੱਕ। They are saying that in the figure fx dx represent the area bounded by the y is equal to fx। ਆ ਸਾਰਾ ਏਰੀਆ ਵਾ ਜਿਹੜਾ ਬਾਉਂਡ ਕੀਤਾ ਹੋਇਆ ਹੈ। x axis ਦੇ ordinate ਆ ਦਿੱਤੇ ਹੋਏ ਆ। The function fx so called is probability density function of a random variable। ਇਦਾਂ ਦੇ ਫੰਕਸ਼ਨ ਨੂੰ ਆਪਾਂ ਕੀ ਕਹਾਂਗੇ, probability density function ਕਹਾਂਗੇ। Now you can see in the book definition ਦੇਖਦੇ ਹਾਂ ਆਪਾਂ। probability density function fx of a continuous random variable x is defined as fx equal to limit delta x approaches to 0 probability of this function। ਕਹਿੰਦਾ ਇਹਦੀਆਂ ਫੋਲੋਇੰਗ ਪ੍ਰੋਪਰਟੀਆਂ ਬਣਨਗੀਆਂ, ਕਿਉਂਕਿ ਆਪਾਂ ਨੂੰ ਪਤਾ ਏਰੀਆ ਅੰਡਰ ਦਾ ਕਰਵ ਕੱਢਣ ਦੇ ਤਰੀਕੇ, ਠੀਕ ਹੈ। fx ਜਿਹੜਾ ਹੁੰਦਾ ਵਾ ਹਮੇਸ਼ਾ ਆਪਣੇ ਕੋਲ ਗ੍ਰੇਟਰ ਦੈਨ ਇਕੁਅਲ ਟੂ 0 ਰਹੂਗਾ ਫॉर ਆਲ x ਬਿਲੋਂਗਸ ਟੂ ਰੀਅਲ ਨੰਬਰ, ਪਹਿਲੀ ਪ੍ਰੋਪਰਟੀ। ਦੂਸਰੀ ਪ੍ਰੋਪਰਟੀ ਇਹਦੀ ਆਪਾਂ ਪੜਨ ਤੋਂ ਪਹਿਲਾਂ ਪੜਾਂਗੇ, ਜੇ f ਇਨਫਿਨਿਟੀ ਹੈ ਤਾਂ ਇਹਦਾ ਆਨਸਰ 1 ਆਏਗਾ, ਜੇ ਮਾਈਨਸ ਇਨਫਿਨਿਟੀ ਹੈ ਤਾਂ ਆਨਸਰ ਕਿੰਨਾ ਆਏਗਾ ਇਹਦਾ 0, ਕਿਉਂਕਿ ਮਾਈਨਸ ਇਨਫਿਨਿਟੀ ਦੇ ਲਈ ਆਪਾਂ ਫੰਕਸ਼ਨ ਡਿਫਾਈਨ ਹੀ ਨਹੀਂ ਕਰ ਸਕਦੇ, ਤਾਂ ਆਨਸਰ ਕਿੰਨਾ ਆ ਰਿਹਾ 0 ਆਏਗਾ। ਦੂਸਰੀ ਕੰਡੀਸ਼ਨ ਆਫ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ ਕੀ ਆ, ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ fx dx ਇਕੁਅਲ ਟੂ 1। ਜੇ ਆਪਾਂ ਪੂਰੀ ਦੀ ਪੂਰੀ ਕਰਵ ਦੇ ਅੰਡਰ ਆਪਾਂ ਕਿਸੇ ਵੀ ਮਤਲਬ ਸਟ੍ਰਿਪਸ ਡਰਾ ਕਰਾਂਗੇ ਤਾਂ ਪੂਰੀ ਦੀ ਪੂਰੀ ਸਟ੍ਰਿਪ ਦਾ ਆਨਸਰ 1। ਆਪਾਂ ਨੂੰ ਪਤਾ ਸਮ ਆਫ ਆਲ ਪ੍ਰੋਬੇਬਿਲਿਟੀਜ਼ 1 ਹੁੰਦਾ, ਉਹ ਕੰਡੀਸ਼ਨ ਯੂਜ਼ ਹੋਈ ਹੈ ਇੱਥੇ। ਹੁਣ ਜੇ ਮੰਨ ਲਓ ਇਹਦੀ ਜਗ੍ਹਾ ਤੇ ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ ਦੀ ਜਗ੍ਹਾ ਤੇ a ਤੇ b ਦੇਤਾ ਉਹਨੇ ਆਪਾਂ ਨੂੰ ਫੰਕਸ਼ਨ ਦੇ ਵਿੱਚ, ਯਾਨੀ ਕਿ ਆ ਜਿਹੜਾ ਇੰਟਰਵਲ ਹੈ ਨਾ, ਤੁਸੀਂ ਦੇਖਿਆ ਇੱਥੇ x ਮਾਈਨਸ ਡੈਲਟਾ x ਵਾਲਾ, ਇਹਦੀ ਜਗ੍ਹਾ ਤੇ ਉਹਨੇ a ਲਿਖਤਾ, ਇਹਦੀ ਜਗ੍ਹਾ ਤੇ ਉਹਨੇ b ਲਿਖਤਾ, ਤਾਂ a ਤੇ b ਜਦੋਂ ਆਪਾਂ ਲਿਖਾਂਗੇ ਤਾਂ ਉਹਦਾ ਆਨਸਰ ਆਪਣੇ ਕੋਲ a ਵਾਲਾ ਬਣੇਗਾ, ਠੀਕ ਹੈ। ਹੁਣ ਜੇ ਕੋਈ c ਲੈ ਲਈਏ ਜਿਹੜਾ ਕਿ ਸੈਂਪਲ ਸਪੇਸ ਦਾ ਹੀ ਕੋਈ ਸਬਸੈਟ ਆ, ਤਾਂ ਪ੍ਰੋਬੇਬਿਲਿਟੀ ਆਪਾਂ ਉਹਦੇ ਉੱਪਰ ਵੀ ਕੱਢ ਸਕਦੇ ਹਾਂ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਹੋ ਗਈਆਂ ਇਹਦੀਆਂ ਇੱਥੇ ਪ੍ਰੋਪਰਟੀਜ਼ ਖਤਮ। ਹੁਣ ਆਪਾਂ ਇਸ ਚੀਜ਼ ਨੂੰ ਇੱਕ ਸਮਾਲ ਐਗਜ਼ਾਮਪਲ ਦੀ ਹੈਲਪ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਵਟ ਦੇ ਆਰ ਗੋਇੰਗ ਟੂ ਐਕਚੁਅਲੀ ਸੇ ਟੂ ਅਸ। ਸੋ ਇਨ ਦਾ ਬੁੱਕ I hope so you are able to see this example number 1. What they are saying in this example, fx equal to cx square, ਲਿਮਿਟ ਦਿੱਤੀ ਹੋਈ ਹੈ ਆਪਾਂ ਨੂੰ 0 ਤੋਂ 1, ਯਾਨੀ ਕਿ ਜੋ ਆਪਾਂ ਏਰੀਆ ਫਾਈਂਡ ਕਰਨਾ ਵਾ ਜਾਂ ਜੋ ਆਪਾਂ ਪ੍ਰੋਪ ਫਾਈਂਡ ਕਰਨੀ ਹੈ, that is 0 to 1, okay, is the probability density function of a continuous random variable x। ਪਹਿਲਾਂ ਆਪਾਂ ਨੂੰ ਫਾਈਂਡ ਕਰਨ ਲਈ ਕਿਹਾ ਜਾ ਰਿਹਾ constant function c। ਤਾਂ constant function c ਨੂੰ ਲੱਭਣ ਦਾ ਕ੍ਰਾਈਟੇਰੀਆ ਆਪਣੇ ਕੋਲ ਕੀ ਆ, ਦੇਖੋ ਇਹਨੇ ਕੀ ਕਿਹਾ ਵੀ ਇੱਕ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ ਹੈ। ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ ਦੀ ਮੈਂ ਡੈਫੀਨੇਸ਼ਨ ਪੜ੍ਹੀ ਸੀ, ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ ਹੁੰਦੀ ਆ ਤੇ ਨਾਲ fx ਹੁੰਦਾ, ਨਾਲ dx ਹੁੰਦਾ, ਆਲਵੇਜ਼ ਇਕੁਅਲ ਟੂ ਕਿੰਨਾ ਆਉਣਾ ਚਾਹੀਦਾ 1। ਇਹੀ ਡੈਫੀਨੇਸ਼ਨ ਲੈ ਕੇ ਚੱਲਾਂਗੇ। ਇਸ ਡੈਫੀਨੇਸ਼ਨ ਨੂੰ ਮੈਂ ਬ੍ਰੇਕ ਕਰੂੰਗਾ ਇਸ ਕੁਐਸਚਨ ਦੇ ਵਿੱਚ, ਮੈਂ ਇਹਨੂੰ ਲਿਖੂੰਗਾ ਮਾਈਨਸ ਇਨਫਿਨਿਟੀ ਤੋਂ 0 fx dx, ਠੀਕ ਹੈ ਜੀ, ਪਲੱਸ 0 to 1 fx dx ਪਲੱਸ 1 to ਇਨਫਿਨਿਟੀ fx dx। ਦੇਖੋ ਆਹ ਵਾਲੇ ਇੰਟਰਵਲ ਨੂੰ ਇਦਾਂ ਬ੍ਰੇਕ ਕਰ ਸਕਦੇ ਤਿੰਨ ਇੰਟਰਵਲਸ, ਤੇ ਆਨਸਰ ਮੈਂ ਇਹਦਾ ਕਿੰਨਾ ਲਿਖੂੰਗਾ 1, ਕਿਉਂਕਿ ਮੈਂ ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ ਦੇ ਵਿੱਚ ਇਨਫਾਈਨਾਈਟ ਇੰਟਰਵਲਸ ਬਣਾ ਸਕਦਾ, ਮੈਂ ਸਿਰਫ 3 ਹੀ ਬਣਾਏ ਆ। ਹੁਣ ਜਿਹੜਾ ਫੰਕਸ਼ਨ ਆ ਉਹ ਕਹਿੰਦਾ 0 ਤੋਂ 1 ਦੇ ਵਿੱਚ ਫੰਕਸ਼ਨ ਦੀ ਵੈਲਿਊ ਤਾਂ ਦਿੱਤੀ ਹੋਈ ਆ ਆਪਾਂ ਨੂੰ, ਪਰ ਜੇ 0 ਤੋਂ 1 ਤੋਂ ਇਲਾਵਾ ਕਿਤੇ ਵੀ ਫੰਕਸ਼ਨ ਨੂੰ ਕੰਸੀਡਰ ਕਰਦੇ ਆ ਤਾਂ ਅਲਟੀਮੇਟ ਆਨਸਰ ਆਫ ਦਿਸ ਕੁਐਸਚਨ ਇਜ਼ 0 ਆਲਵੇਜ਼। ਸੋ ਵਟ ਵੀ ਹੈਵ ਟੂ ਡੂ, ਆਪਾਂ ਨੂੰ ਕਰਨਾ ਕੀ ਪੈਣਾ, ਇਹਦਾ ਆ ਜਿਹੜਾ ਪਹਿਲਾ ਇੰਟਰਵਲ ਬਣਾਇਆ ਮੈਂ, ਇਹਦਾ ਆਨਸਰ ਵੀ ਵਿਚਾਰੇ ਦਾ 0 ਆ ਗਿਆ, ਠੀਕ ਹੈ ਜੀ, ਇਹਦੇ ਨਾਲ ਦਾ ਵੀ ਖਤਮ ਹੋ ਗਿਆ, ਤਾਂ ਵਿੱਚ ਵਿਚਾਲੇ ਇਕੱਲਾ ਇਹੀ ਬਚਿਆ। ਸੋ ਬੁੱਕ ਵਾਲੇ ਨੇ ਕੀ ਕੀਤਾ ਹੋਇਆ, 0 ਤੋਂ 1 ਲੈ ਕੇ ਇਹਨੂੰ ਸੋਲਵ ਕਰ ਲਿਆ। 0 ਤੋਂ 1 ਲੈ ਕੇ ਜਦੋਂ ਇੰਟੈਗਰਲ ਕੱਢੋਗੇ c ਦੀ ਵੈਲਿਊ ਆਪਣੇ ਕੋਲ ਆ ਜਾਏਗੀ 3, ਠੀਕ ਹੈ ਜੀ। ਤਾਂ ਪ੍ਰੋਬੇਬਿਲਿਟੀ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ ਉਹ ਬਣੂਗਾ ਕੀ, c ਦੀ ਜਗ੍ਹਾ ਤੇ ਸਿੰਪਲੀ 3 ਲਿਖ ਦੋ, ਬਸ ਉਹ ਆਨਸਰ ਆ ਜਾਊਗਾ। ਅਗਲੀ ਵਾਰ ਰਾਜੀ ਹੁਣ ਕੀ ਕੀਤਾ ਹੋਇਆ ਇਸ ਕੁਐਸਚਨ ਦੇ ਵਿੱਚ, ਉਹਨਾਂ ਨੇ ਲਿਖਿਆ ਵਾ ਵੀ ਪ੍ਰੋਬੇਬਿਲਿਟੀ ਫਾਈਂਡ ਕਰਨੀ ਹੈ 1/3 ਤੋਂ 1/2 ਦੇ ਵਿੱਚ ਵਾਲੀ, ਉਹ ਸਾਰਾ ਏਰੀਆ ਕੱਢਣਾ ਤੁਸੀਂ। ਤਾਂ ਏਰੀਆ ਕਿਵੇਂ ਕੱਢੋਗੇ, ਮਾਈਨਸ ਇਨਫਿਨਿਟੀ ਤੋਂ 1/3, 1/3 ਤੋਂ 1/2, ਫਿਰ 1/2 ਤੋਂ ਇਨਫਿਨਿਟੀ। ਮੈਨੂੰ ਪਤਾ ਵਾ ਵੀ ਮਾਈਨਸ ਇਨਫਿਨਿਟੀ ਤੋਂ ਲੈ ਕੇ 1/3 ਤੱਕ ਕੋਈ ਵੈਲਿਊ ਨਹੀਂ ਹੈ, ਤਾਂ ਆਨਸਰ 0 ਆਏਗਾ।
1/3 ਤੋਂ ਲੈ ਕੇ 1/2 ਤੱਕ ਫੰਕਸ਼ਨ ਦੀ ਵੈਲਿਊ ਦਿੱਤੀ ਹੋਈ ਆ, ਉਹ ਆਪਾਂ ਫਿਲ ਕਰਾਂਗੇ, ਫਿਰ 1/2 ਤੋਂ ਲੈ ਕੇ ਇਨਫਿਨਿਟੀ ਤੱਕ ਫੇਰ 0 ਹੋ ਜਾਣਾ। ਬਾਰ-ਬਾਰ ਸਾਰੀਆਂ ਚੀਜ਼ਾਂ ਲਿਖਣ ਦੀ ਜ਼ਰੂਰਤ ਨਹੀਂ ਹੈ, ਤਾਂ ਉੱਥੋਂ ਇਹਨਾਂ ਨੇ ਆਨਸਰ ਕੱਢਿਆ ਹੋਇਆ। ਆਪਾਂ ਨੂੰ ਇਹ ਪਤਾ ਵਾ ਵੀ ਜਦੋਂ ਆਪਾਂ ਡੈਫੀਨਿਟ ਇੰਟੈਗਰਲ ਦੀ ਗੱਲ ਕਰਦੇ ਆ ਤਾਂ ਡੈਫੀਨਿਟ ਇੰਟੈਗਰਲ 'ਚ ਆਪਾਂ ਪਹਿਲਾਂ ਅਪਰ ਲਿਮਿਟ ਪੁੱਟ ਕਰਦੇ ਆ, ਦੈਨ ਆਫਟਰ ਵੀ ਵਿਲ ਪੁੱਟ ਹੇਅਰ ਲੋਅਰ ਲਿਮਿਟ, ਤਾਂ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ, ਉਹ ਤਰੀਕੇ ਨਾਲ ਆਪਾਂ ਇਸ ਕੁਐਸਚਨ ਦਾ ਆਨਸਰ ਕੱਢ ਦਿੰਦੇ ਆ। So answer we will get here 19/216, as you can see in the calculation. In this manner we are able to solve these types of questions. I hope so you may like this video. Okay students, thank you and have a wonderful day.